ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਖੀ ਸੁਣਨ ਜਾ ਰਹੇ ਹਾਂ ਰਾਜੇ ਬਿਕਰਮ ਦੀ। ਪੁੰਨ ਦਾ ਫਲ। ਜੋ ਵੀ ਆਪਾਂ ਦਾਨ ਪੁੰਨ ਕਰਦੇ ਹਾਂ ਕੀ ਉਹ ਵਿਅਰਥ ਜਾਂਦੇ ਹਨ? ਜੇ ਨਹੀਂ ਜਾਂਦੇ ਤਾਂ ਕੀ ਉਹਨਾਂ ਦਾ ਫਲ ਆਪਾਂ ਨੂੰ ਇਸ ਜਨਮ ਮਿਲਦਾ ਹੈ ਜਾਂ ਆਪਾਂ ਉਹਨਾਂ ਦਾ ਫਲ ਆਪਾਂ ਨੂੰ ਅਗਲੇ ਜਨਮਾਂ ਦੇ ਵਿੱਚ ਮਿਲਦਾ ਹੈ? ਆਪਾਂ ਇਸ ਸਾਖੀ ਤੋਂ ਕੁਝ ਸਮਝਣ ਦਾ ਯਤਨ ਕਰਦੇ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ ਸਾਖੀ। ਉਜੈਨ ਦਾ ਰਾਜਾ ਬਿਕਰਮ ਬਹੁਤ ਸੂਰਬੀਰ ਪ੍ਰਤਾਪੀ ਸੀ। ਬਹੁਤ ਉਸਦਾ ਨਾਮ ਸੀਗਾ। ਇੱਕ ਦਿਨ ਉਸਦੇ ਮਨ ਵਿੱਚ ਖਿਆਲ ਆਇਆ, ਮੈਂ ਕਿਹੜਾ ਪੁੰਨ ਕੀਤਾ ਹੈ ਜਿਸ ਦੇ ਫਲ ਕਰਕੇ ਮੈਂ ਇਤਨਾ ਪ੍ਰਤਾਪੀ ਰਾਜਾ ਹੋਇਆ ਹਾਂ। ਇਸ ਗੱਲ ਨੂੰ ਨਿਸ਼ਚਿਤ ਕਰਨ ਦੇ ਲਈ ਉਸਨੇ ਬੜੇ ਬੜੇ ਵਿਦਵਾਨ ਜੋਤਸ਼ੀ ਬੁਲਾਏ, ਬਹੁਤ ਹੀ ਸੂਰਵੀਰ ਪੰਡਿਤ ਬੁਲਾਏ ਅਤੇ ਉਹਨਾਂ ਤੋਂ ਪੁੱਛਿਆ ਕਿ ਮੈਨੂੰ ਕਿਸ ਪੁੰਨ ਦੇ ਪ੍ਰਤਾਪ ਦੇ ਨਾਲ ਇਹ ਰਾਜ ਭਾਗ ਪ੍ਰਾਪਤ ਹੋਇਆ ਹੈ। ਮੈਂ ਇਸ ਗੱਲ ਨੂੰ ਜਾਣਨਾ ਚਾਹੁੰਦਾ ਹਾਂ, ਬਹੁਤ ਹੀ ਵਿਆਕੁਲ ਹਾਂ। ਇਸ ਗੱਲ ਦਾ ਉੱਤਰ 8 ਦਿਨ ਦੇ ਵਿੱਚ ਦਿਓ, ਨਹੀਂ ਤਾਂ ਦੰਡ ਦਿੱਤਾ ਜਾਵੇਗਾ। ਬ੍ਰਾਹਮਣ, ਜੋਤਸ਼ੀ, ਵਿਦਵਾਨ ਸਾਰਿਆਂ ਨੇ ਬਹੁਤ ਯਤਨ ਕੀਤੇ ਪਰ ਪਤਾ ਨਾ ਲੱਗਾ। ਰਾਜੇ ਦਾ ਇੱਕ ਪ੍ਰੋਹਿਤ ਸੀ। ਉਸਦੀ ਕੰਨਿਆ ਨੇ ਆਪਣੇ ਪਿਤਾ ਨੂੰ ਦੁਖੀ ਵੇਖ ਕੇ ਕਿਹਾ, ਆਪ ਦੁਖੀ ਨਾ ਹੋਵੋ, ਤੁਸੀਂ ਰਾਜੇ ਨੂੰ ਮੇਰੇ ਪਾਸ ਭੇਜ ਦੇਵੋ। ਤਾਂ ਪ੍ਰੋਹਿਤ ਨੇ ਸੋਚਿਆ ਕਿ ਮੈਂ ਤਾਂ ਪਰੇਸ਼ਾਨ ਹਾਂ ਹੀ, ਆਪਣੀ ਬੇਟੀ ਨੂੰ ਕਿਉਂ ਪਰੇਸ਼ਾਨ ਕਰਾਂ। ਤਾਂ ਉਸਨੇ ਕਿਹਾ ਕਿ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ, ਤੁਸੀਂ ਰਾਜੇ ਨੂੰ ਮੇਰੇ ਪਾਸ ਇਕੱਲੇ ਭੇਜੋ। ਰਾਜੇ ਨੂੰ ਕਹੋ ਕਿ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਉੱਤਰ ਮੇਰੀ ਬੇਟੀ ਦੇਵੇਗੀ। ਜਦੋਂ ਰਾਜਾ ਮੇਰੇ ਪਾਸ ਇਕੱਲਾ ਆਏਗਾ ਤਦ ਮੈਂ ਰਾਜੇ ਦੇ ਪ੍ਰਸ਼ਨਾਂ ਦਾ ਉੱਤਰ ਦੇਵਾਂਗੀ। ਪ੍ਰੋਹਿਤ ਨੇ ਕਿਹਾ, ਠੀਕ ਹੈ। ਪ੍ਰੋਹਿਤ ਨੂੰ ਆਪਣੀ ਬੇਟੀ 'ਤੇ ਬਹੁਤ ਭਰੋਸਾ ਸੀ ਕਿਉਂਕਿ ਬਹੁਤ ਹੀ ਸਮਝਦਾਰ ਸੀ। ਪ੍ਰੋਹਿਤ ਨੇ ਰਾਜੇ ਨੂੰ ਆ ਕੇ ਕਿਹਾ, ਆਪ ਮੇਰੇ ਘਰ ਚੱਲੋ, ਆਪ ਜੀ ਦਾ ਸਵਾਲ ਦਾ ਉੱਤਰ ਮੇਰੀ ਕੰਨਿਆ ਦੇਵੇਗੀ। ਤਾਂ ਰਾਜੇ ਨੇ ਕਿਹਾ, ਆਪਣੀ ਕੰਨਿਆ ਨੂੰ ਇੱਥੇ ਬੁਲਾ ਲਵੋ। ਪ੍ਰੋਹਿਤ ਨੇ ਕਿਹਾ ਕਿ ਉਸਦੀ ਸ਼ਰਤ ਹੈ ਕਿ ਤੁਹਾਨੂੰ ਉਸਦੇ ਪਾਸ ਜਾਣਾ ਪਵੇਗਾ। ਤਾਂ ਰਾਜਾ ਮੰਨ ਗਿਆ। ਉਸੇ ਵੇਲੇ ਰਾਜਾ ਬਿਕਰਮ ਪ੍ਰੋਹਿਤ ਦੀ ਕੰਨਿਆ ਪਾਸ ਆ ਕੇ ਪੁੱਛਦਾ ਹੈ, ਹੇ ਕੰਨਿਆ, ਕੀ ਤੂੰ ਮੇਰੇ ਪ੍ਰਸ਼ਨਾਂ ਦਾ ਜਵਾਬ ਦੇ ਸਕਦੀ ਹੈ? ਤਾਂ ਕੰਨਿਆ ਨੇ ਕਿਹਾ, ਰਾਜਨ, ਤੇਰਾ ਸਾਰਾ ਹਾਲ ਮੈਂ ਜਾਣਦੀ ਹਾਂ, ਪਰ ਤੇਰੀ ਪੂਰੀ ਤਸੱਲੀ ਵਾਸਤੇ ਇੱਕ ਮਹਾਤਮਾ ਦੇ ਪਾਸ ਭੇਜਦੀ ਹਾਂ। ਇਸ ਜਗ੍ਹਾ ਤੋਂ 10 ਕੋ ਦੂਰ ਚਲੇ ਜਾਓ, ਉੱਥੇ ਇੱਕ ਮਹਾਤਮਾ ਬੈਠੇ ਹੋਣਗੇ ਜੋ ਅੰਨ ਨਹੀਂ ਖਾਂਦੇ, ਬਲਦੇ ਹੋਏ ਕੋਲੇ ਯਾਨੀ ਕਿ ਅੰਗਾਰੇ ਹੀ ਖਾਂਦੇ ਹਨ। ਉਹ ਤੈਨੂੰ ਉੱਤਰ ਦੇਣਗੇ। ਕੰਨਿਆ ਦਾ ਬਚਨ ਮੰਨ ਕੇ ਰਾਜਾ ਬਿਕਰਮ ਉਸ ਦੇ ਪਾਸ ਚਲਾ ਗਿਆ। ਬੜੀਆਂ ਬੜੀਆਂ ਜੜਾਵਾਂ ਤੇ ਅੱਗ ਦੇ ਅੰਗਾਰੇ ਖਾਣ ਵਾਲਾ ਸੰਨਿਆਸੀ ਉੱਥੇ ਬੈਠਾ ਸੀ। ਵੇਖ ਕੇ ਉਸ ਦੇ ਪਾਸ ਰਾਜਾ ਬਿਕਰਮ ਚਲਾ ਗਿਆ। ਉਸ ਦੇ ਕੋਲ ਜਾ ਕੇ ਉਸਨੇ ਪਹਿਲਾਂ ਕੰਨਿਆ ਵੱਲੋਂ ਅਤੇ ਫਿਰ ਆਪਣੇ ਵੱਲੋਂ ਨਮਸਕਾਰ ਕਰਕੇ ਪੁੱਛਿਆ ਕਿ ਮੈਂ ਕਿਸ ਪੁੰਨ ਦੇ ਪ੍ਰਤਾਪ ਨਾਲ ਧਰਮਾਤਮਾ ਹੋਇਆ ਹਾਂ। ਉਹਨਾਂ ਸੰਤਾਂ ਨੇ ਕਿਹਾ, ਮੈਂ ਤੇਰਾ ਸਾਰਾ ਸਮਾਚਾਰ ਜਾਣਦਾ ਹਾਂ, ਪਰ ਤੇਰੀ ਪੂਰੀ ਤਸੱਲੀ ਵਾਸਤੇ ਤੈਨੂੰ ਇੱਕ ਹੋਰ ਮਹਾਤਮਾ ਦੇ ਪਾਸ ਭੇਜਦਾ ਹਾਂ। ਇੱਥੋਂ ਉਹ 10 ਕੋਹ ਪਰ ਬੈਠੇ ਹਨ, ਕੇਵਲ ਸੁਆਹ ਹੀ ਭਖਣ ਕਰਦੇ ਹਨ। ਉਹਨਾਂ ਪਾਸ ਜਾ ਕੇ ਮੇਰੇ ਵੱਲੋਂ ਨਮਸਕਾਰ ਕਰਕੇ ਪੁੱਛਣਾ, ਉਹ ਤੈਨੂੰ ਦੱਸਣਗੇ। ਰਾਜਾ 10 ਕੋਹ ਅੱਗੇ ਚੱਲ ਪਿਆ ਅਤੇ ਉਹਨਾਂ ਮਹਾਤਮਾ ਦੇ ਕੋਲ ਪਹੁੰਚ ਗਿਆ। ਉਹਨਾਂ ਮਹਾਤਮਾ ਦੇ ਕੋਲ ਪਹੁੰਚ ਕੇ ਉਸਨੇ ਨਮਸਕਾਰ ਕਰਕੇ ਪੁੱਛਿਆ ਕਿ ਮੈਂ ਇਤਨਾ ਪ੍ਰਤਾਪੀ ਰਾਜਾ ਕਿਸ ਪੁੰਨ ਦੇ ਫਲ ਕਰਕੇ ਹੋਇਆ ਹਾਂ, ਮੈਂ ਜਾਣਨਾ ਚਾਹੁੰਦਾ ਹਾਂ। ਉਹਨਾਂ ਨੇ ਕਿਹਾ, ਹੇ ਰਾਜਨ, ਤੇਰਾ ਸਾਰਾ ਹਾਲ ਮੈਂ ਜਾਣਦਾ ਹਾਂ, ਪਰ ਤੇਰੀ ਹੋਰ ਵੀ ਤਸੱਲੀ ਵਾਸਤੇ ਮੈਂ ਤੈਨੂੰ ਅੱਗੇ ਭੇਜਦਾ ਹਾਂ। ਇੱਥੋਂ 10 ਕੋਹ ਪਰ ਜਾਓ, ਅੱਗੇ ਰਾਜ ਦਰਬਾਰ ਆਏਗਾ। ਉਸ ਰਾਜੇ ਦੇ ਘਰ ਲੜਕਾ ਜੰਮਿਆ ਹੋਵੇਗਾ, ਉਹ ਦੁੱਧ ਨਹੀਂ ਪੀਵੇਗਾ। ਤੁਸੀਂ ਉਸ ਨੂੰ ਦੁੱਧ ਪਿਲਾ ਕੇ ਪੁੱਛਣਾ, ਉਹ ਤੇਰੇ ਪ੍ਰਸ਼ਨ ਦਾ ਉੱਤਰ ਦੇਵੇਗਾ।
ਉਸਦੇ ਕਹੇ ਅਨੁਸਾਰ ਜਿਸ ਵੇਲੇ ਰਾਜਾ ਉੱਥੇ ਪੁੱਜਿਆ ਤਾਂ ਕੀ ਵੇਖਦਾ ਹੈ, ਉਸ ਰਾਜੇ ਦੇ ਘਰ ਵਾਕਈ ਇੱਕ ਲੜਕੇ ਦਾ ਜਨਮ ਹੋਇਆ ਹੈ, ਪਰ ਉਹ ਦੁੱਧ ਨਹੀਂ ਪੀਂਦਾ। ਉਸੇ ਵੇਲੇ ਰਾਜਾ ਬਿਕਰਮ ਨੇ ਦੁੱਧ ਪਿਆ ਕੇ ਉਸ ਤੋਂ ਪੁੱਛਿਆ ਕਿ ਮੈਂ ਕਿਸ ਪੁੰਨ ਦਾ ਫਲ ਕਰਕੇ ਇਤਨਾ ਪ੍ਰਤਾਪੀ ਰਾਜਾ ਹੋਇਆ ਹਾਂ। ਬੱਚੇ ਨੇ ਰਾਜੇ ਦੇ ਮਨ ਵਿੱਚ ਜਵਾਬ ਦਿੱਤਾ ਕਿ ਹੇ ਰਾਜਨ, ਅੱਜ ਤੈਨੂੰ ਤੇਰੇ ਸਾਰੇ ਪ੍ਰਸ਼ਨਾਂ ਦਾ ਜਵਾਬ ਮਿਲ ਜਾਵੇਗਾ। ਹੁਣ ਤੁਸੀਂ ਵਾਪਸ ਚਲੇ ਜਾਵੋ। ਜਿਉਂ ਹੀ ਤੁਸੀਂ ਸੋਵੋਗੇ, ਤੁਹਾਡੇ ਸੁਪਨੇ ਵਿੱਚ ਤੁਹਾਨੂੰ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਜਵਾਬ ਮਿਲ ਜਾਵੇਗਾ। ਰਾਜਾ ਬਿਕਰਮ ਉੱਥੋਂ ਚੁੱਪ ਕਰਕੇ ਵਾਪਸ ਆ ਗਿਆ ਅਤੇ ਰਾਤ ਨੂੰ ਜਦੋਂ ਉਹ ਸੁੱਤਾ ਪਿਆ ਸੀ ਤਾਂ ਉਹ ਬੱਚਾ ਉਸ ਦੇ ਸੁਪਨੇ ਵਿੱਚ ਆਇਆ ਅਤੇ ਪਹਿਲਾਂ ਉਸਨੇ ਉਸਦੇ ਜਨਮ ਦਾ ਸਾਰਾ ਬਿਰਤਾਂਤ ਸੁਣਾਇਆ। ਹੇ ਰਾਜਨ, ਇੱਕ ਆਪ, ਦੂਜਾ ਮੈਂ ਅਤੇ ਉਹ ਦੋਵੇਂ ਰਿਸ਼ੀ ਜੋ ਤੁਹਾਨੂੰ ਰਸਤੇ ਵਿੱਚ ਮਿਲੇ ਸੀ, ਅਸੀਂ ਚਾਰੋਂ ਮਿਲ ਕੇ ਨਿਰੰਜਨ ਬਨ ਦੇ ਵਿੱਚ ਤਪ ਕਰ ਰਹੇ ਸੀ। ਜਿਸ ਪੁਰੋਹਿਤ ਕੰਨਿਆ ਨੇ ਆਪ ਜੀ ਨੂੰ ਭੇਜਿਆ ਹੈ, ਉਹ ਉਸ ਵੇਲੇ ਬਾਨਪ੍ਰਸਥ ਦੀ ਇਸਤਰੀ ਸੀ। ਗੰਗਾ ਜੀ ਦੇ ਕਿਨਾਰੇ ਰਹਿੰਦੀ ਸੀ। ਉਹ ਰੋਟੀਆਂ ਲਿਆ ਕੇ ਸਾਨੂੰ ਚੌਹਾਂ ਨੂੰ 2-2 ਰੋਟੀਆਂ ਦੇ ਜਾਂਦੀ, ਬਾਕੀ ਫਲ ਪੱਤੇ ਖਾ ਕੇ ਅਸੀਂ ਆਪਣਾ ਨਿਰਵਾਹ ਕਰਦੇ ਸਾਂ। ਕਾਫੀ ਸਮਾਂ ਤਪ ਕਰਦੇ ਕਰਦੇ ਗੁਜ਼ਰ ਗਿਆ। ਇੱਕ ਦਿਨ ਵਿਸ਼ਨੂੰ ਜੀ ਬੁੱਢੇ ਬ੍ਰਾਹਮਣ ਦਾ ਰੂਪ ਧਾਰ ਕੇ ਸਾਡੀ ਪ੍ਰੀਖਿਆ ਵਾਸਤੇ ਆ ਗਏ। ਪਹਿਲਾਂ ਉਸ ਅੱਗ ਖਾਣ ਵਾਲੇ ਮਹਾਤਮਾ ਦੀ ਕੁਟੀਆ ਪਾਸ ਜਾ ਕੇ ਕਿਹਾ, ਮੈਂ 3 ਦਿਨ ਤੋਂ ਭੁੱਖਾ ਬ੍ਰਾਹਮਣ ਹਾਂ, ਮੈਨੂੰ ਰੱਜ ਕੇ ਰੋਟੀ ਖਵਾ ਦਿਓ, ਕਿਉਂਕਿ ਮੈਂ ਇੱਕ ਵਾਰ ਹੀ ਰੋਟੀ ਖਾਂਦਾ ਹਾਂ। ਉਸ ਸੰਤ ਨੇ ਕਿਹਾ, ਮੈਂ ਵੀ ਸਾਰੇ ਦਿਨ ਦਾ ਭੁੱਖਾ ਹਾਂ, 2 ਰੋਟੀਆਂ ਹਨ, ਇੱਕ ਆਪ ਲੈ ਲਵੋ ਅਤੇ ਦੂਜੀ ਮੈਂ ਖਾ ਲੈਂਦਾ ਹਾਂ। ਬ੍ਰਾਹਮਣ ਨਾ ਮੰਨਿਆ। ਫਿਰ ਸੰਤ ਨੇ ਕਿਹਾ, ਆਪ 1.5 ਰੋਟੀ ਲੈ ਲਵੋ ਅਤੇ ਅੱਧੀ ਰੋਟੀ ਮੈਂ ਖਾ ਲੈਂਦਾ ਹਾਂ। ਬ੍ਰਾਹਮਣ ਫਿਰ ਵੀ ਨਾ ਮੰਨਿਆ। ਤਾਂ ਮਹਾਤਮਾ ਨੇ ਗੁੱਸੇ ਵਿੱਚ ਆ ਕੇ ਕਿਹਾ, ਜੇਕਰ 2 ਰੋਟੀਆਂ ਤੈਨੂੰ ਦੇ ਦੇਵਾਂ ਤਾਂ ਮੈਂ ਅੱਗ ਖਾਵਾਂ? ਉਸ ਬ੍ਰਾਹਮਣ ਨੇ ਕਿਹਾ, ਤਥਾਸਤੂ। ਉਸ ਦਿਨ ਤੋਂ ਉਹ ਸੰਤ ਅੱਗ ਅਤੇ ਅੰਗਾਰ ਖਾ ਰਿਹਾ ਹੈ। ਫਿਰ ਉਸ ਬ੍ਰਾਹਮਣ ਨੇ ਦੂਜੇ ਸੰਤ ਦੀ ਕੁਟੀਆ ਪਾਸ ਜਾ ਕੇ ਉਸ ਪਾਸ ਇਸੇ ਤਰ੍ਹਾਂ ਕਿਹਾ। ਉਸ ਸੰਤ ਨੇ ਕਿਹਾ ਕਿ ਜੇਕਰ 2 ਰੋਟੀਆਂ ਤੈਨੂੰ ਦੇ ਦੇਵਾਂ ਤਾਂ ਕੀ ਮੈਂ ਸੁਆਹ ਖਾਵਾਂ? ਬ੍ਰਾਹਮਣ ਨੇ ਕਿਹਾ, ਤਥਾਸਤੂ। ਉਸ ਦਿਨ ਤੋਂ ਉਹ ਸੁਆਹ ਹੀ ਖਾ ਰਿਹਾ ਹੈ। ਜਿਸ ਵੇਲੇ ਉਹ ਬ੍ਰਾਹਮਣ ਮੇਰੇ ਪਾਸ ਆਇਆ ਤਾਂ ਮੈਂ ਉਸਨੂੰ 1.5 ਰੋਟੀ ਦੇਣ ਵਾਸਤੇ ਕਿਹਾ, ਪਰ ਉਸਨੇ ਨਾ ਮੰਨਿਆ। ਤਾਂ ਮੈਂ ਕਿਹਾ, 2 ਤੈਨੂੰ ਰੋਟੀਆਂ ਦੇ ਕੇ ਮੈਂ ਭੁੱਖਾ ਮਰ ਜਾਵਾਂ? ਉਸਨੇ ਕਿਹਾ, ਤਥਾਸਤੂ। ਇਸ ਕਰਕੇ ਮੈਂ ਜੰਮਦਾ ਮਰਦਾ ਰਹਿੰਦਾ ਹਾਂ ਅਤੇ ਭੁੱਖਾ ਹੀ ਰਹਿ ਜਾਂਦਾ ਹਾਂ। ਫਿਰ ਉਸ ਬ੍ਰਾਹਮਣ ਨੇ ਆਪ ਜੀ ਦੇ ਪਾਸੋਂ ਆ ਕੇ ਮੰਗਿਆ। ਤੁਸੀਂ ਉਸਨੂੰ ਆਸਨ ਵਿਛਾ ਕੇ ਬੜੇ ਸਤਿਕਾਰ ਨਾਲ ਬਿਠਾਇਆ, 2 ਰੋਟੀਆਂ ਅਤੇ ਫਲ ਵਗੈਰਾ ਵੀ ਲਿਆ ਕੇ ਦਿੱਤੇ। ਉਸ ਅੱਗੇ ਰੱਖੇ ਇੱਕ ਲੱਸੀ ਦਾ ਲੋਟਾ ਵੀ ਲਿਆ ਕੇ ਰੱਖਿਆ। ਉਹ ਬ੍ਰਾਹਮਣ ਖਾ ਕੇ ਬੜਾ ਪ੍ਰਸੰਨ ਹੋਇਆ ਤੇ ਜਾਂਦਿਆਂ ਜਾਂਦਿਆਂ ਆਪ ਜੀ ਨੂੰ ਵਰ ਦੇ ਗਿਆ ਕਿ ਆਪ ਅਗਲੇ ਜਨਮ ਦੇ ਵਿੱਚ ਬੜੇ ਪ੍ਰਤਾਪੀ ਧਰਮਾਤਮਾ ਰਾਜਾ ਹੋਵੋਗੇ, ਫਿਰ ਆਪ ਗਿਆਨਵਾਨ ਹੋ ਕੇ ਮੁਕਤ ਹੋ ਜਾਵੋਗੇ। ਇਸ ਕਰਕੇ ਹੇ ਰਾਜਨ, ਤੁਹਾਨੂੰ ਇਸ ਵਰ ਦਾ ਫਲ ਮਿਲਿਆ ਹੈ, ਜਿਸ ਕਰਕੇ ਤੁਸੀਂ ਅੱਜ ਧਰਮਾਤਮੀ ਰਾਜਾ ਹੋ। ਸੋ ਸਾਧ ਸੰਗਤ ਜੀ, ਇਹ ਦੇਖੋ ਤੁਸੀਂ ਪੁੰਨ ਦਾ ਕਿੰਨਾ ਪ੍ਰਤਾਪ ਹੈ। ਜੇ 2 ਰੋਟੀਆਂ ਪ੍ਰੇਮ ਭਾਵ ਦੇ ਨਾਲ ਖਵਾਉਣ ਨਾਲ ਇਤਨਾ ਰਾਜ ਭਾਗ ਮੋਕਸ਼ ਆਦਿ ਪ੍ਰਾਪਤ ਹੋ ਜਾਂਦਾ ਹੈ, ਤਾਂ ਸੱਚੇ ਮਨ ਦੇ ਨਾਲ ਖਵਾਇਆ ਹੋਇਆ ਇੱਕ ਦਾਣਾ ਵੀ ਸਫਲਾ ਹੁੰਦਾ ਹੈ, ਪਰ ਅਣਮਣੇ ਦਿਲ ਦੇ ਨਾਲ ਕੀਤਾ ਹੋਇਆ ਦਾਨ ਕਦੇ ਸਫਲ ਨਹੀਂ ਹੁੰਦਾ। ਇਸ ਕਰਕੇ ਜਦੋਂ ਵੀ ਦਾਨ ਕਰੀਏ, ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪ੍ਰੇਮ ਭਗਤੀ ਦੇ ਨਾਲ, ਚਾਹੇ ਤਿਲ ਫੁੱਲ ਭੇਟਾ ਹੀ ਹੋਵੇ, ਉਹ ਦਾਨ ਕਰੀਏ। ਇਸ ਲਈ ਹੇ ਸਾਧ ਸੰਗਤ ਜੀ, ਅਗਰ ਤੁਹਾਨੂੰ ਇਹ ਸਾਖੀ ਅੱਛੀ ਲੱਗੀ ਹੈ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ। ਤੁਹਾਡੇ ਲਾਈਕ ਅਤੇ ਸ਼ੇਅਰ ਕਰਨ ਦੇ ਨਾਲ ਸਾਡਾ ਹੌਸਲਾ ਹੋਰ ਵੱਧਦਾ ਹੈ ਅਤੇ ਤੁਹਾਡੇ ਲਾਈਕਸ ਨੂੰ ਦੇਖ ਕੇ ਮਨ ਦੇ ਵਿੱਚ ਇਸੇ ਤਰ੍ਹਾਂ ਹੋਰ ਸਾਖੀਆਂ ਦੇਣ ਦੀ ਭਾਵਨਾ ਵੱਧਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।